प्यारे दोस्तों नमस्कार। मैं नरेश शर्मा, साइंस मास्टर, गवर्नमेंट सीनियर सेकेंडरी स्मार्ट स्कूल कलरखेड़ा ਜ਼ਿਲ੍ਹਾ ਫਾਜ਼ਿਲਕਾ ਤੋਂ ਹਾਂ। ਅੱਜ ਮੈਂ ਤੁਹਾਡੇ ਸਾਹਮਣੇ ਇੱਕ ਹੋਰ ਬੜਾ ਇੰਪੋਰਟੈਂਟ ਟੌਪਿਕ 10th ਕਲਾਸ ਦਾ ਲੈ ਕੇ ਆਇਆ ਜਿਸ ਦਾ ਨਾਮ ਹੈ ਲੈਂਸ ਫਾਰਮੂਲਾ। ਇਸ ਤੋਂ ਪਿਛਲੇ ਲੈਕਚਰ ਦੇ ਵਿੱਚ ਤੁਸੀਂ ਮਿਰਰ ਫਾਰਮੂਲੇ ਬਾਰੇ ਜਾਣਿਆ ਸੀ। ਇਸ ਚੈਪਟਰ ਦੇ ਵਿੱਚ ਇਸ ਟੌਪਿਕ ਦੇ ਵਿੱਚ ਆਪਾਂ ਹੁਣ ਲੈਂਸ ਫਾਰਮੂਲੇ ਦੇ ਬਾਰੇ ਜਾਣਕਾਰੀ ਹਾਸਿਲ ਕਰਾਂਗੇ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਟੌਪਿਕ ਨੂੰ ਕਰਨ ਤੋਂ ਬਾਅਦ ਲੈਂਸ ਫਾਰਮੂਲੇ 'ਤੇ ਆਧਾਰਿਤ ਹਰ ਇੱਕ ਪ੍ਰਸ਼ਨ ਨੂੰ ਸੋਲਵ ਕਰਨ ਦੇ ਯੋਗ ਹੋ ਜਾਓਗੇ। ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਬਹੁਤ ਇੰਪੋਰਟੈਂਟ ਟੌਪਿਕ ਜਿਸ ਦਾ ਨਾਮ ਹੈ ਲੈਂਸ ਫਾਰਮੂਲਾ। ਇਸ ਤੋਂ ਪਹਿਲਾਂ ਕਿ ਆਪਾਂ ਲੈਂਸ ਫਾਰਮੂਲਾ ਸ਼ੁਰੂ ਕਰੀਏ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਲੈਂਸ ਕਿੰਨੇ ਤਰ੍ਹਾਂ ਦੇ ਹੁੰਦੇ ਨੇ। ਸੋ ਬੇਸਿਕਲੀ ਆਪਣੇ ਕੋਲ ਦੋ ਤਰ੍ਹਾਂ ਦੇ ਲੈਂਸ ਹੁੰਦੇ ਨੇ। ਇੱਕ ਨੂੰ ਅਸੀਂ ਕਨਵਰਜਿੰਗ ਲੈਂਸ ਜਾਂ ਕਨਵੈਕਸ ਲੈਂਸ ਕਹਿੰਦੇ ਹਾਂ, ਜਿਸ ਨੂੰ ਪੰਜਾਬੀ ਦੇ ਵਿੱਚ ਉੱਤਲ ਲੈਂਸ ਕਿਹਾ ਜਾਂਦਾ ਹੈ, ਔਰ ਦੂਜਾ ਲੈਂਸ ਹੁੰਦਾ ਹੈ ਡਾਈਵਰਜਿੰਗ ਲੈਂਸ ਜਾਂ ਕਨਕੇਵ ਲੈਂਸ ਜਾਂ ਪੰਜਾਬੀ ਦੇ ਵਿੱਚ ਇਸ ਨੂੰ ਅਵਤਲ ਲੈਂਸ ਵੀ ਕਿਹਾ ਜਾਂਦਾ ਹੈ। ਸੋ ਬੇਸਿਕਲੀ ਵੀ ਹੈਵ ਟੂ ਟਾਈਪ ਆਫ ਲੈਂਸਿਸ। ਸਾਡੇ ਕੋਲ ਦੋ ਤਰ੍ਹਾਂ ਦੇ ਲੈਂਸ ਹੁੰਦੇ ਨੇ, ਕਿਹੜੇ ਕਨਵੈਕਸ ਲੈਂਸ ਔਰ ਕਨਕੇਵ ਲੈਂਸ। ਤੁਸੀਂ ਖੱਬੇ ਪਾਸੇ ਵੇਖੋ ਆਪਣੇ ਇਸ ਸਕਰੀਨ ਦੇ ਉੱਤੇ ਤਿੰਨ ਲੈਂਸ ਤੁਹਾਨੂੰ ਦਿਖਾਈ ਦੇ ਰਹੇ ਨੇ। ਸੋ ਜੋ ਲੈਂਸ ਕਿਨਾਰਿਆਂ ਤੋਂ ਪਤਲਾ ਹੁੰਦਾ ਹੈ ਔਰ ਵਿਚਕਾਰੋਂ ਮੋਟਾ ਹੁੰਦਾ ਹੈ ਉਸ ਲੈਂਸ ਨੂੰ ਕੀ ਕਿਹਾ ਜਾਂਦਾ ਹੈ? ਉਸ ਲੈਂਸ ਨੂੰ ਕੀ ਕਿਹਾ ਜਾਂਦਾ? ਉਸ ਨੂੰ ਕਨਵੈਕਸ ਲੈਂਸ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਉਸ ਨੂੰ? ਕਨਵੈਕਸ ਲੈਂਸ। ਔਰ ਜੋ ਲੈਂਸ ਕਿਨਾਰਿਆਂ ਤੋਂ ਮੋਟਾ ਹੁੰਦਾ ਹੈ ਔਰ ਵਿਚਕਾਰੋਂ ਪਤਲਾ ਹੁੰਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ? ਉਸ ਨੂੰ ਕਨਕੇਵ ਲੈਂਸ ਕਿਹਾ ਜਾਂਦਾ ਹੈ। ਸੋ ਤੁਸੀਂ ਯਾਦ ਰੱਖਣਾ ਹੈ, ਜੋ ਲੈਂਸ ਕਿਨਾਰਿਆਂ ਤੋਂ ਪਤਲਾ ਹੈ ਔਰ ਵਿਚਕਾਰੋਂ ਮੋਟਾ ਹੈ ਉਹ ਕਨਵੈਕਸ ਲੈਂਸ ਹੈ, ਯਾਨੀ ਕਿ ਉੱਤਲ ਲੈਂਸ ਹੈ। ਔਰ ਜੋ ਲੈਂਸ ਕਿਨਾਰਿਆਂ ਤੋਂ ਮੋਟਾ ਹੈ ਅਤੇ ਵਿਚਕਾਰੋਂ ਪਤਲਾ ਹੈ ਉਹ ਕਿਹੜਾ ਲੈਂਸ ਹੈ? ਉਹ ਡਾਈਵਰਜਿੰਗ ਲੈਂਸ ਹੈ ਜਾਂ ਕਨਕੇਵ ਲੈਂਸ ਹੈ ਜਾਂ ਅਵਤਲ ਲੈਂਸ ਹੈ। ਥੱਲੇ ਦੋ ਇਮੇजेस ਤੁਸੀਂ ਦੇਖ ਸਕਦੇ ਹੋ। ਮੈਂ ਥੱਲੇ ਓਰੀਜਨਲ ਲੈਂਸ ਵਿਖਾਏ ਨੇ। ਸੋ ਤੁਸੀਂ ਪਹਿਲੇ ਲੈਂਸ ਦੇ ਵਿੱਚ ਵੇਖੋ ਖੱਬੇ ਪਾਸੇ, ਉਸ ਵਿੱਚ ਤੁਸੀਂ ਵੇਖੋ ਤੁਹਾਨੂੰ ਪ੍ਰਤੀਬਿੰਬ ਉਲਟਾ ਦਿਖਾਈ ਦੇ ਰਿਹਾ ਹੈ। ਸੋ ਤੁਸੀਂ ਇੱਥੇ ਇਹ ਦੱਸ ਸਕਦੇ ਹੋ ਜੀ ਜਿਸ ਲੈਂਸ ਵਿੱਚ ਪ੍ਰਤੀਬਿੰਬ ਉਲਟਾ ਦਿਖਾਈ ਦੇਵੇ ਉਹ ਡੈਫੀਨੇਟਲੀ ਕਨਵੈਕਸ ਲੈਂਸ ਹੈ, ਡੈਫੀਨੇਟਲੀ ਉੱਤਲ ਲੈਂਸ ਹੈ। ਉੱਤਲ ਲੈਂਸ ਹਰ ਤਰ੍ਹਾਂ ਦੀ ਇਮੇਜ ਬਣਾਉਂਦਾ ਹੈ, ਸਿੱਧੀ ਵੀ ਬਣਾਉਂਦਾ ਹੈ, ਉਲਟੀ ਵੀ ਬਣਾਉਂਦਾ ਹੈ, ਛੋਟੀ ਵੀ ਬਣਾਉਂਦਾ ਹੈ, ਵੱਡੀ ਵੀ ਬਣਾਉਂਦਾ ਹੈ। ਪਰ ਔਨ ਦੀ ਅਦਰ ਹੈਂਡ ਸਾਈਡ ਜੇ ਆਪਾਂ ਅਵਤਲ ਲੈਂਸ ਦੀ ਗੱਲ ਕਰੀਏ ਤਾਂ ਅਵਤਲ ਲੈਂਸ ਹਮੇਸ਼ਾ ਹੀ ਸਿੱਧੀ ਇਮੇਜ ਬਣਾਉਂਦਾ ਹੈ ਔਰ ਛੋਟੀ ਬਣਾਉਂਦਾ ਹੈ। ਸੋ ਰਾਈਟ ਸਾਈਡ ਤੇ ਜੋ ਤੁਸੀਂ ਲੈਂਸ ਦੇਖ ਰਹੇ ਹੋ ਉਹ ਲੈਂਸ ਕਿਹੜਾ ਹੈ? ਉਹ ਅਵਤਲ ਲੈਂਸ ਹੈ। ਔਰ ਲੈਫਟ ਸਾਈਡ ਤੇ ਜੋ ਲੈਂਸ ਦੇਖ ਰਹੇ ਹੋ ਕਿਹੜਾ ਲੈਂਸ ਹੈ? ਉਹ ਉੱਤਲ ਲੈਂਸ ਹੈ। ਇਹ ਪ੍ਰਸ਼ਨ ਪੇਪਰ ਵਿੱਚ ਪੁੱਛਿਆ ਜਾਂਦਾ ਹੈ ਕਈ ਵਾਰ ਕਿ ਤੁਸੀਂ ਬਿਨਾਂ ਟੱਚ ਕੀਤੇ ਲੈਂਸ ਨੂੰ ਕਿਵੇਂ ਪਤਾ ਲਗਾਓਗੇ ਕਿ ਕਿਹੜਾ ਲੈਂਸ ਹੈ। ਸੋ ਤੁਸੀਂ ਕੀ ਕਰੋਗੇ? ਤੁਸੀਂ ਉਸ ਲੈਂਸ ਦੇ ਅੱਗੇ ਪਿੱਛੇ ਵੇਖੋਗੇ, ਅਗਰ ਇਮੇਜ ਉਲਟੀ ਵਿਖਾਈ ਦੇ ਰਹੀ ਹੈ ਜਾਂ ਵੱਡੀ ਦਿਖਾਈ ਦੇ ਰਹੀ ਹੈ ਤਾਂ ਉਹ ਲੈਂਸ ਕਿਹੜਾ ਹੈ? ਉਹ ਉੱਤਲ ਲੈਂਸ ਹੈ। ਔਰ ਅਗਰ ਤੁਹਾਡੇ ਅੱਗੇ ਪਿੱਛੇ ਮੂਵਮੈਂਟ ਕਰਨ 'ਤੇ ਵੀ ਲੈਂਸ ਦੇ ਵਿੱਚੋਂ ਇਮੇਜ ਹਮੇਸ਼ਾ ਛੋਟੀ ਵਿਖਾਈ ਦੇਵੇ ਔਰ ਸਿੱਧੀ ਵਿਖਾਈ ਦੇਵੇ ਤਾਂ ਉਹ ਡੈਫੀਨੇਟਲੀ ਜਿਹੜਾ ਲੈਂਸ ਹੈ ਉਹ ਅਵਤਲ ਲੈਂਸ ਹੈ, ਯਾਨੀ ਕਿ ਕਨਕੇਵ ਲੈਂਸ ਹੈ। ਸੋ ਆਈ ਥਿੰਕ ਤੁਹਾਨੂੰ ਸਮਝ ਆ ਗਿਆ ਕਿ ਲੈਂਸਿਸ ਕੀ ਹੁੰਦੇ ਨੇ, ਲੈਂਸਿਸ ਕਿੰਨੀ ਤਰ੍ਹਾਂ ਦੇ ਹੁੰਦੇ ਨੇ। ਆਓ ਹੁਣ ਆਪਾਂ ਇਮੇਜ ਫੋਰਮਡ ਬਾਈ ਲੈਂਸ, ਆਪਾਂ ਇੱਕ ਲੈਂਸ ਦੇ ਨਾਲ ਪਹਿਲਾਂ ਆਪਾਂ ਕਨਵੈਕਸ ਲੈਂਸ ਦੇ ਨਾਲ ਵੇਖੀਏ ਕਿ ਇਮੇਜ ਕਿਵੇਂ ਬਣਦੀ ਹੈ। ਤੁਸੀਂ ਇਸ ਵਾਸਤੇ ਵੀ ਮੇਰਾ ਪੁਰਾਣਾ ਲੈਕਚਰ ਜਿਹੜਾ ਹੈ ਉਹ ਵੇਖ ਸਕਦੇ ਹੋ, ਜਿਹੜਾ ਕਿ ਮੈਂ ਇਮੇजेस ਫੋਰਮਡ ਬਾਈ ਲੈਂਸਿਸ ਐਂਡ ਮਿਰਰਸ ਮੈਂ ਪਾਇਆ ਹੋਇਆ ਹੈ, ਤੁਸੀਂ ਉਹ ਵੇਖ ਸਕਦੇ ਹੈਗੇ ਹੋ। ਸੋ ਇਸ ਤਰੀਕੇ ਦੇ ਨਾਲ ਜਿਹੜੀ ਹੈ ਇਮੇजेस ਬਣਦੀ ਹੈ। ਇੱਕ ਰੇ ਜਿਹੜੀ ਹੈ ਉਹ ਪੈਰਲਲ ਟੂ ਪ੍ਰਿੰਸੀਪਲ ਐਕਸਿਸ ਲੈਣੀ ਹੈ, ਉਹ ਹਮੇਸ਼ਾ ਫੋਕਸ ਵਿੱਚੋਂ ਪਾਸ ਕਰੇਗੀ। ਔਰ ਦੂਜੀ ਰੇ ਜੋ ਹੈ ਉਹ ਬਿਲਕੁਲ ਲੈਂਸ ਦੇ ਵਿਚਕਾਰੋਂ ਲੈਣੀ ਹੈ ਆਪਾਂ। ਜਦੋਂ ਦੋਨੋਂ ਰੇਜ਼ ਮਿਲਣਗੀਆਂ ਆਪਸ ਵਿੱਚ ਤਾਂ ਜਿੱਥੇ ਮਿਲਣਗੀਆਂ ਉੱਥੇ ਕੀ ਬਣ ਜਾਏਗਾ? ਉੱਥੇ ਪ੍ਰਤੀਬਿੰਬ ਬਣ ਜਾਏਗਾ। ਇਸੇ ਤਰੀਕੇ ਦੇ ਨਾਲ ਆਪਾਂ ਕਨਕੇਵ ਲੈਂਸ ਦੇ ਨਾਲ ਵੀ ਇਮੇਜ ਫਾਰਮੇਸ਼ਨ ਵੇਖ ਸਕਦੇ ਹਾਂ ਕਿ ਕਨਕੇਵ ਲੈਂਸ ਦੇ ਨਾਲ ਇਮੇਜ ਫਾਰਮੇਸ਼ਨ ਕਿਸ ਤਰ੍ਹਾਂ ਬਣਦੀ ਹੈ। ਸੋ ਆਈ ਰਿਪੀਟ, ਅਗਰ ਤੁਹਾਨੂੰ ਇਮੇजेस ਵਾਲਾ ਟੌਪਿਕ ਕਰਨਾ ਹੈ ਤਾਂ ਤੁਸੀਂ ਪਿਛਲਾ ਵੀਡੀਓ ਵੇਖ ਸਕਦੇ ਹੋ ਜਿਹਦੇ ਵਿੱਚ ਇਮੇजेस ਫੋਰਮਡ ਬਾਏ ਲੈਂਸਿਸ ਐਂਡ ਮਿਰਰ। ਉਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਕਲੈਰਿਟੀ ਹੋ ਜਾਏਗੀ ਕਿ ਇਮੇਜ ਲੈਂਸਿਸ ਔਰ ਮਿਰਰ ਕਿਸ ਤਰ੍ਹਾਂ ਇਮੇजेस ਬਣਾਉਂਦੇ ਨੇ। ਆਓ ਹੁਣ ਆਪਾਂ ਅੱਗੇ ਵਧਦੇ ਹਾਂ। ਜਿਹੜਾ ਆਪਣਾ ਮੇਨ ਟੌਪਿਕ ਹੈ ਹਸਤਾ ਲੈਂਸ ਫਾਰਮੂਲਾ। ਲੈਂਸ ਫਾਰਮੂਲਾ ਕੀ ਹੁੰਦਾ ਹੈ? ਦ ਰਿਲੇਸ਼ਨ ਬਿਟਵੀਨ ਆਬਜੈਕਟ ਡਿਸਟੈਂਸ, ਇਮੇਜ ਡਿਸਟੈਂਸ ਐਂਡ ਫੋਕਲ ਲੈਂਥ। ਤਿੰਨ ਚੀਜ਼ਾਂ ਨੇ, ਜਿਵੇਂ ਮਿਰਰ ਫਾਰਮੂਲੇ ਦੇ ਵਿੱਚ ਤਿੰਨ ਚੀਜ਼ਾਂ ਸੀਗੀਆਂ, ਆਬਜੈਕਟ ਡਿਸਟੈਂਸ ਯਾਨੀ ਕਿ ਯੂ ਯਾਨੀ ਕਿ ਵਸਤੂ ਦੀ ਦੂਰੀ, ਇਮੇਜ ਡਿਸਟੈਂਸ ਯਾਨੀ ਕਿ ਪ੍ਰਤੀਬਿੰਬ ਦੀ ਦੂਰੀ ਔਰ ਫੋਕਸ ਦੂਰੀ। ਇਹਨਾਂ ਤਿੰਨਾਂ ਦੇ ਵਿਚਕਾਰ ਜੋ ਰਿਲੇਸ਼ਨਸ਼ਿਪ ਹੈ, ਜੋ ਸੰਬੰਧ ਹੈ, ਉਸ ਨੂੰ ਲੈਂਸ ਫਾਰਮੂਲਾ ਜਾਂ ਲੈਂਸ ਇਕੁਏਸ਼ਨ ਕਿਹਾ ਜਾਂਦਾ ਹੈ। ਸੋ ਤਿੰਨ ਚੀਜ਼ਾਂ ਕਿਹੜੀਆਂ ਕਿਹੜੀਆਂ ਨੇ? ਪਹਿਲੀ ਚੀਜ਼ ਹੈਗੀ ਹੈ ਆਬਜੈਕਟ ਡਿਸਟੈਂਸ ਯਾਨੀ ਕਿ ਵਸਤੂ ਦੀ ਦੂਰੀ, ਕਿੱਥੋਂ? ਲੈਂਸ ਤੋਂ। ਇਮੇਜ ਡਿਸਟੈਂਸ ਯਾਨੀ ਕਿ ਪ੍ਰਤੀਬਿੰਬ ਦੀ ਦੂਰੀ, ਕਿੱਥੋਂ?
ਲੈਂਸ ਤੋਂ ਔਰ ਫੋਕਸ ਦੂਰੀ ਲੈਂਸ ਦੀ, ਇਹਨਾਂ ਤਿੰਨਾਂ ਦੇ ਵਿਚਕਾਰ ਜੋ ਰਿਲੇਸ਼ਨਸ਼ਿਪ ਹੈ, ਜੋ ਸੰਬੰਧ ਹੈ, ਜੋ ਫਾਰਮੂਲਾ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ? ਉਸ ਨੂੰ ਲੈਂਸ ਫਾਰਮੂਲਾ ਕਿਹਾ ਜਾਂਦਾ ਹੈ। ਸੋ ਅਗਰ ਆਪਾਂ ਨੂੰ ਮੈਥਮੈਟਿਕਲੀ ਵੇਖੀਏ ਤਾਂ ਲੈਂਸ ਫਾਰਮੂਲਾ ਜਾਂ ਲੈਂਸ ਇਕੁਏਸ਼ਨ ਕੀ ਹੁੰਦੀ ਹੈ? ਇਟ ਇਜ਼ 1/f ਇਜ਼ ਇਕੁਅਲ ਟੂ 1/v ਮਾਈਨਸ 1/u। ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਔਰ ਬੜਾ ਮਾਈਨਰ ਦਾ ਫਰਕ ਹੈਗਾ ਇਸ ਦੇ ਵਿੱਚ ਔਰ ਮਿਰਰ ਫਾਰਮੂਲੇ ਦੇ ਵਿੱਚ। ਮਿਰਰ ਫਾਰਮੂਲੇ ਦੇ ਵਿੱਚ ਫਾਰਮੂਲਾ ਸੀ 1/v ਪਲੱਸ 1/u, ਉੱਥੇ ਸਿਰਫ ਪਲੱਸ ਨਿਸ਼ਾਨ ਦਾ ਫਰਕ ਸੀ, ਬਾਕੀ ਸਾਰਾ ਸੇਮ ਹੀ ਹੈ ਆਪਣੇ ਕੋਲੇ। ਸੋ ਯਾਦ ਰੱਖਣਾ ਹੈ ਲੈਂਸ ਇਕੁਏਸ਼ਨ ਜਾਂ ਲੈਂਸ ਫਾਰਮੂਲਾ ਇਟ ਇਜ਼ 1/f ਇਜ਼ ਇਕੁਅਲ ਟੂ 1/v ਮਾਈਨਸ 1/u। ਆਪਾਂ ਲੀਨੀਅਰ ਮੈਗਨੀਫਿਕੇਸ਼ਨ ਦੀ ਗੱਲ ਕੀਤੀ ਸੀ। ਲੀਨੀਅਰ ਮੈਗਨੀਫਿਕੇਸ਼ਨ ਜਾਂ ਵੱਡ ਦਰਸ਼ਨ ਦੀ ਗੱਲ ਕਰੀਏ ਤਾਂ ਵੱਡ ਦਰਸ਼ਨ ਦਾ ਮਤਲਬ ਹੁੰਦਾ ਹੈ ਕਿ ਕੋਈ ਲੈਂਸ ਕਿੱਡੀ ਵੱਡੀ ਜਾਂ ਕਿੱਡੀ ਛੋਟੀ ਇਮੇਜ ਬਣਾਏਗਾ, ਉਸ ਨੂੰ ਵੱਡ ਦਰਸ਼ਨ ਕਹਿੰਦੇ ਆ ਆਪਾਂ। ਸੋ ਵੱਡ ਦਰਸ਼ਨ ਦੇ ਦੋ ਫਾਰਮੂਲੇ ਹੁੰਦੇ ਨੇ। ਪਹਿਲਾ ਫਾਰਮੂਲਾ ਹੈ v/u। v/u मतलब कि डिस्टेंस ऑफ इमेज इनकी प्रतिबिंब की दूरी बटा डिस्टेंस ऑफ ऑब्जेक्ट इनकी वस्तु की दूरी, इनकी v/u पहला फॉर्मूला ये है। और दूसरा फॉर्मूला है hi/ho। hi की है अपने को हाइट ऑफ इमेज इनकी प्रतिबिंब की ऊंचाई बटा ho यानी कि वस्तु की ऊंचाई। ਤੁਸੀਂ ਅਗਰ ਇਸ ਨੂੰ ਕੰਪੇਅਰ ਕਰੋ ਮਿਰਰ ਫਾਰਮੂਲੇ ਦੇ ਨਾਲ ਤਾਂ ਉੱਥੇ -v/u ਸੀ, ਦਰਪਣ ਫਾਰਮੂਲੇ ਦੇ ਵਿੱਚ -v/u ਸੀ, ਇੱਥੇ +v/u ਹੁੰਦਾ, ਬਾਕੀ ਕੋਈ ਫਰਕ ਨਹੀਂ। ਸੋ ਦੋ ਫਰਕ ਆ ਗਿਆ ਆਪਣੇ ਕੋਲੇ ਜੀ ਮਿਰਰ ਫਾਰਮੂਲੇ ਦੇ ਕੰਪੈਰੀਟਿਵਲੀ। ਉੱਥੇ ਪਲੱਸ ਸੀ, ਇੱਥੇ ਮਾਈਨਸ ਹੈ। ਉੱਥੇ ਮੈਗਨੀਫਿਕੇਸ਼ਨ -v/u ਸੀ, ਇੱਥੇ ਮੈਗਨੀਫਿਕੇਸ਼ਨ v/u ਹੈ। ਸੋ ਹੁਣ ਵੈਰੀ ਇੰਪੋਰਟੈਂਟ ਥਿੰਗ, ਬਹੁਤ ਇੰਟਰਸਟਿੰਗ ਔਰ ਬਹੁਤ ਇੰਪੋਰਟੈਂਟ ਸਾਈਨ ਕਨਵੈਨਸ਼ਨ ਜਿਵੇਂ ਮਿਰਰ ਫਾਰਮੂਲੇ ਦੇ ਵਿੱਚ ਅਗਰ ਤੁਸੀਂ ਇਹ ਟੇਬਲ ਯਾਦ ਕਰ ਲੈਂਦੇ ਹੋ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਸੰਖਿਆਤਮਕ ਪ੍ਰਸ਼ਨ ਨੂੰ ਹੱਲ ਕਰਨ ਦੇ ਵਿੱਚ। ਕੀ ਆ ਕਨਵੈਨਸ਼ਨਸ? ਯੂ ਚਾਹੇ ਕਨਕੇਵ ਲੈਂਸ ਲੈ ਲਓ ਚਾਹੇ ਕਨਵੈਕਸ ਲੈਂਸ ਲੈ ਲਓ, ਯੂ ਨੂੰ ਹਮੇਸ਼ਾ ਨੈਗੇਟਿਵ ਲੈਣਾ ਹੈ। ਇੱਥੇ ਵਿਦਿਆਰਥੀ ਤੁਸੀਂ ਇਹ ਵੀ ਨੋਟ ਕਰ ਲਓ ਸਟੂਡੈਂਟਸ ਕਿ ਅਗਰ ਆਪਾਂ ਮਿਰਰ ਫਾਰਮੂਲੇ ਦੀ ਗੱਲ ਕਰੀਏ ਤਾਂ ਮਿਰਰ ਫਾਰਮੂਲੇ ਦੇ ਵਿੱਚ ਵੀ ਯੂ ਨੈਗੇਟਿਵ ਸੀ। ਸੋ ਯੂ ਇਜ਼ ਆਲਵੇਜ਼ ਨੈਗੇਟਿਵ, ਚਾਹੇ ਮਿਰਰ ਹੈ, ਚਾਹੇ ਲੈਂਸ ਹੈ, ਚਾਹੇ ਕਨਕੇਵ ਹੈ, ਚਾਹੇ ਕਨਵੈਕਸ ਹੈ, इन ऑल केसिस यू इज़ नैगेटिव। अगर आप फोकल लेंथ की गल करिए, फोकस दूरी की गल करिए तो कनकेव लेंस भी नैगेटिव होता है और कन्वैक्स लेंस भी पॉजिटिव होता है। ये भी मिरर फॉर्मूले भी इन्ना तक तो सेम है अपने को, जिन्ना जो मिरर के उही लेंस के है। अगे थोड़ा डिफरेंस आ जाता है। वी जो है कनकेव लेंस में हमेशा नैगेटिव आएगा और कन्वैक्स लेंस में वी मोस्ट ऑफ केसिस पॉजिटिव आएगा। सिर्फ एक केस में नैगेटिव आएगा जो u इज़ लैस दैन f है। इनकी मान लो फोकस दूरी तो दी हुई है 10 सेंटीमीटर और u दे देता है 5 सेंटीमीटर, तो उस केस में भी जो है वो नैगेटिव आएगा, अदरवाइज पॉजिटिव आएगा। h इनकी हाइट ऑफ ऑब्जेक्ट दोनों केसिस में पॉजिटिव आएगी, हमेशा हाइट ऑफ ऑब्जेक्ट जो वस्तु की ऊंचाई हमेशा प्लस दी जाती है। अगर आप हाइट ऑफ इमेज की गल करिए तो कनकेव लेंस में हमेशा पॉजिटिव आती है, कन्वैक्स लेंस में मोस्ट ऑफ केसिस में पॉजिटिव आती है और एक केस में मोस्ट ऑफ केसिस में नैगेटिव आती है, बट एक केस में पॉजिटिव भी आती है जो यू इज़ लैस दैन एफ हो गए। कनकेव लेंस हमेशा वर्चुअल इमेज बनाता है, वर्चुअल इमेज सीधी होंगी है, जिमें पहला भी गल की आप सीधी इमेज बनाएगा। और कन्वैक्स लेंस जो है वो हमेशा रियल इमेज बनाएगा, पर एक केस में वो वर्चुअल इमेज भी बनाएगा। इनकी कन्वैक्स लेंस रियल और वर्चुअल दोनों इमेजेस बनाता है और कनकेव लेंस हमेशा वर्चुअल इमेज बनाता है। सो ये टेबल तुसी अच्छी तरह याद कर लेना है। दिस टेबल इज़ वेरी वेरी इंपॉर्टेंट। इस टेबल के नाल तुसी न्यूमेरिकल सॉल्व कर सकते हो। सो लेट अस मूव ऑन टू आप न्यूमेरिकल ट्राई करने की कोशिश करते हैं, तो उत्थों समझ आएगा। न्यूमेरिकल है जी, इफ एन ऑब्जेक्ट ऑफ हाइट 7 सेंटीमीटर इज प्लेस्ड एट ए डिस्टेंस ऑफ 12 सेंटीमीटर फ्रॉम ए कॉन्वेक्स लेंस ऑफ फोकल लेंथ 8 सेंटीमीटर, देन फाइंड द पोजीशन, नेचर एंड हाइट ऑफ द इमेज। अपन एक वस्तु दी है जिसकी ऊंचाई 7 सेंटीमीटर है, उसनों 12 सेंटीमीटर दूर रखा गया है कन्वैक्स लेंस तो, उत्तल लेंस तो, जिसकी फोकल लेंथ 8 सेंटीमीटर है। आपां प्रतिबिंब की दूरी कटनी है, उसकी ऊंचाई कटनी है प्रतिबिंब की, और उसका नेचर भी करना है। नेचर मतलब आप ये भी दसना है कि वो रियल होएगी या वर्चुअल होएगी। सो इत्थे यू 12 सेंटीमीटर है जी, हमेशा यू माइनस लेना है। आप साइन कन्वेंशन वेखिया हुई ने, हमेशा माइनस लेना, सो माइनस आ गया 12। हाइट ऑफ जो ऑब्जेक्ट है वो 7 सेंटीमीटर, हाइट ऑफ ऑब्जेक्ट दोनों केसिस ही पॉजिटिव सी, सो मैं पॉजिटिव ले ली 7 सेंटीमीटर। फोकल लेंथ 8 सेंटीमीटर, मैं प्लस 8 सेंटीमीटर ली है, क्यों? क्योंकि कन्वैक्स लेंस है, एफ है पॉजिटिव आएगा। हुण आपां नूं पता है आप वी कटना और
एच डैश हाइट ऑफ इमेज कटनी है। तो सब तो पहला आप लगावांगे जी लेंस फॉर्मूला 1/v माइनस 1/u इज इक्वल टू 1/f इज इक्वल टू 1/f। ਤੁਸੀਂ ਧਿਆਨ ਦਿਓ ਇੱਥੇ, ਤੁਸੀਂ ਅਗਰ ਧਿਆਨ ਦਿਓਗੇ ਇੱਥੇ ਤਾਂ ਤੁਹਾਨੂੰ ਸਮਝ ਆ ਜਾਏਗੀ ਕਿ ਅਗਰ ਆਪਾਂ ਇੱਥੇ ਗੱਲ ਕਰੀਏ, ਦੇਖੋ ਇਹ ਆਪਣੇ ਕੋਲ ਕੀ ਆ ਗਿਆ 1/v, ਇੱਥੇ ਆਪਾਂ ਵੈਲਿਊਜ਼ ਪੁੱਟ ਕਰ ਦਾਂਗੇ ਜੀ 1/v ਮਾਈਨਸ 1/-12 ਯੂ ਦੀ ਵੈਲਿਊ -12 1/8। ਮੈਂ 1/v ਨੂੰ ਇੱਕ ਪਾਸੇ ਰੱਖ ਲੈਣਾ, ਬਾਕੀ ਟਰਮ ਦੂਜੇ ਪਾਸੇ ਲੈ ਜਾਣਾ, ਇਹਨੂੰ ਸੋਲਵ ਕਰ ਲੈਣਾ ਐਲਸੀਐਮ ਲੈ ਕੇ, ਤਾਂ 1/v ਆ ਜਾਏਗਾ 1/24 ਔਰ v ਕਿੰਨਾ ਆ ਜਾਏਗਾ 24 ਸੈਂਟੀਮੀਟਰ। तो 24 ਸੈਂਟੀਮੀਟਰ ਵੀ ਆ ਗਿਆ ਆਪਣੇ ਕੋਲੇ। ਵੀ ਪੋਜ਼ਿਟਿਵ ਆਇਆ ਜੀ, ਦੇਖੀਏ ਆਪਾਂ ਅਗਰ ਆਪਾਂ ਪਿਛਲੀ ਇਮੇਜ ਦੇ ਵਿੱਚ ਵੇਖੀਏ ਤਾਂ ਪੋਜ਼ਿਟਿਵ ਆਏਗਾ ਆਪਣੇ ਕੋਲੇ ਜੀ। ਅਗਰ ਆਪਾਂ ਇਸ ਨੂੰ ਪਿੱਛੇ ਵੇਖੀਏ ਤਾਂ ਵੀ ਪੋਜ਼ਿਟਿਵ ਹਾਂ ਆਉਂਦਾ ਆਪਣੇ ਕੋਲੇ। ਸਿਰਫ ਇੱਕੋ ਗੈਸਟ ਨੈਗੇਟਿਵ ਸੀਗਾ ਜਦੋਂ ਯੂ ਇਜ਼ ਲੈਸ ਦੈਨ ਐਫ, ਇੱਥੇ ਯੂ ਲੈਸ ਦੈਨ ਐਫ ਨਹੀਂ ਹੈਗਾ, ਸੋ ਵੀ ਪੋਜ਼ਿਟਿਵ ਆ ਰਿਹਾ, ਆਪਾਂ ਠੀਕ ਚੱਲ ਰਿਹਾ ਗਿਆ। ਹੁਣ ਇਸ ਤੋਂ ਬਾਅਦ ਅੱਗੇ ਵੇਖੀਏ ਆਪਾਂ ਮੈਗਨੀਫਿਕੇਸ਼ਨ ਦਾ ਫਾਰਮੂਲਾ v/u ਹੁੰਦਾ ਹੈ ਜੀ। ਸੋ v ਦੀ ਵੈਲਿਊ ਪੁੱਟ ਕਰ ਦਾਂਗੇ, v ਕੱਢਿਆ ਆਪਾਂ, u ਆਪਣੇ ਕੋਲੇ -12 ਤੋਂ ਮੈਗਨੀਫਿਕੇਸ਼ਨ -2 ਆ ਜਾਏਗੀ। ਔਰ ਮੈਗਨੀਫਿਕੇਸ਼ਨ ਦਾ ਇੱਕ ਹੋਰ ਫਾਰਮੂਲਾ ਵੀ ਹੁੰਦਾ ਹੈ, ਕਿਹੜਾ ਫਾਰਮੂਲਾ ਹੁੰਦਾ ਆਪਣੇ ਕੋਲੇ, ਇਹ ਫਾਰਮੂਲਾ ਹੁੰਦਾ ਆਪਣੇ ਕੋਲੇ h'/h ਜਾਂ hi ਆਪਾਂ ਜਿਵੇਂ ਕੀਤਾ ਸੀ। ਸੋ ਉਹ ਇਹ ਆਪਣੇ ਕੋਲੇ ਇਸ ਫਾਰਮੂਲਾ ਲਗਾ ਕੇ ਆਪਾਂ ਵੈਲਿਊਜ਼ ਪੁੱਟ ਕਰਕੇ ਆਪਾਂ h' ਵੀ ਕਰ ਲਾਂਗੇ, ਇਟ ਇਜ਼ -14 ਸੈਂਟੀਮੀਟਰ। ਹੁਣ ਉਹਨੇ ਕੁਐਸਚਨ ਪੁੱਛਿਆ ਸੀ ਕਿ ਇਸ ਦਾ ਨੇਚਰ ਕਿਸ ਤਰ੍ਹਾਂ ਦਾ ਹੋਏਗਾ। ਦੇਖੋ ਆਪਾਂ ਇਸ ਟੇਬਲ ਨੂੰ ਵੇਖੀਏ, ਹੁਣ ਆਪਾਂ ਇਸ ਬ੍ਰੈਕਟ ਤੋਂ ਬਾਹਰ ਚੱਲ ਰਹੇ ਹਾਂ, p ਪੋਜ਼ਿਟਿਵ ਆਇਆ ਤਾਂ ਇਮੇਜ ਇਜ਼ ਰੀਅਲ, ਇਮੇਜ ਰੀਅਲ ਬਨੇਗੀ ਜੀ। ਵਰਚੁਅਲ ਇੱਕੋ ਕੇਸ ਬनेगी ਵੈਨ ਯੂਜ਼ ਲੈਸ ਦੈਨ ਐਫ, तो ਇਹਦਾ ਮਤਲਬ ਇਮੇਜ ਕਿਹੜੀ ਬਣੂਗੀ ਆਪਣੇ ਕੋਲੇ, ਇਮੇਜ ਵਿਲ ਬੀ ਰੀਅਲ। ਸੋ ਵੈਰੀ ਇੰਪੋਰਟੈਂਟ, ਵੈਰੀ ਇੰਟਰਸਟਿੰਗ, ਤੁਸੀਂ ਇਸ ਨੂੰ ਕਰ ਸਕਦੇ ਹੋ। ਆਪਾਂ ਇੱਕ ਨੂਮੈਰੀਕਲ ਹੋਰ ਟਰਾਈ ਕਰਦੇ ਹਾਂ। ਐਨ ਆਬਜੈਕਟ ਇਜ਼ ਪਲੇਸਡ ਐਟ ਅ ਡਿਸਟੈਂਸ ਆਫ 4 ਸੈਂਟੀਮੀਟਰ ਫਰੋਮ ਏ ਕੌਨਕੇਵ। ਉਹਨੂੰ ਕੌਨਕੇਵ ਲੈਂਸ ਲੈਂਦੇ ਹਾਂ ਆਪਾਂ, ਉਹ ਫੋਕਲ ਲੈਂਥ 12 ਸੈਂਟੀਮੀਟਰ, ਫਾਈਂਡ ਦਾ ਪੋਜੀਸ਼ਨ ਐਂਡ ਨੇਚਰ ਆਫ ਦਾ ਇਮੇਜ ਫॉर्म्ड। ਹੁਣ ਇੱਥੇ ਕੀ ਹੈ, ਇੱਕ ਵਸਤੂ ਹੈ ਜਿਸ ਨੂੰ ਕਿ 4 ਸੈਂਟੀਮੀਟਰ ਦੂਰ ਰੱਖਿਆ ਗਿਆ ਹੈ ਅਵਤਲ ਲੈਂਸ ਤੋਂ, ਅਵਤਲ ਲੈਂਸ ਤੋਂ, ਔਰ ਫੋਕਲ ਲੈਂਥ ਹੈ ਉਸਦੀ 12 ਸੈਂਟੀਮੀਟਰ। ਫੋਕਸ ਦੂਰੀ ਕਿੰਨੀ ਹੈ 12 ਸੈਂਟੀਮੀਟਰ। ਆਪਾਂ ਨੂੰ ਪੋਜੀਸ਼ਨ ਐਂਡ ਨੇਚਰ ਆਫ ਇਮੇਜ ਕੱਢਣੀ ਹੈ ਜੀ, ਦੂਰੀ ਕੱਢਣੀ ਹੈ ਪ੍ਰਤੀਬਿੰਬ ਦੀ। ਹੁੰਦੀ ਨੇਚਰ ਤਾਂ ਦੇਖੋ ਆਪਾਂ ਨੂੰ ਪਤਾ ਲੱਗ ਹੀ ਗਿਆ, ਕਨਕੇਵ ਲੈਂਸ ਜਿਹੜਾ ਹੈ ਉਹ ਹਮੇਸ਼ਾ ਹੀ ਵਰਚੁਅਲ ਬਣਾਉਂਦਾ ਹੈ। ਸੋ ਆਪਣਾ ਇੱਕ ਆਨਸਰ ਤਾਂ ਆ ਹੀ ਗਿਆ ਜੀ ਆਪਣਾ ਵਰਚੁਅਲ ਇਮੇਜ ਜੀ। ਹੁਣ ਆਪਣੇ ਕੋਲ ਆ ਗਿਆ, ਹੁਣ ਆਪਾਂ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਲੈਟ ਅਸ ਟਰਾਈ ਟੂ ਸੋਲਵ ਇਟ। ਆਪਾਂ ਇਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਥੇ ਆਪਾਂ ਨੂੰ ਦਿੱਤਾ ਕੀ ਹੋਇਆ ਜੀ, ਆਪਾਂ ਨੂੰ ਦਿੱਤਾ ਹੋਇਆ u ਇਜ਼ ਇਕੁਅਲ ਟੂ -4 ਸੈਂਟੀਮੀਟਰ। ਆਪਾਂ ਨੂੰ ਪਤਾ ਹੈ ਜੀ u ਤਾਂ ਹਮੇਸ਼ਾ ਹੀ ਮਾਈਨਸ ਆਉਣਾ ਜੀ ਆਪਣੇ ਕੋਲੇ, ਹਮੇਸ਼ਾ ਹੀ। f ਮਾਈਨਸ, ਮੈਂ f -12 ਲੈ ਆਇਆ। ਵਾਈ ਆਈ ਟੁਕ -12? ਕਿਉਂਕਿ ਕਨਕੇਵ ਲੈਂਸ ਹੈ, v ਆਪਾਂ ਕੱਢਣਾ। ਸੋ ਫਾਰਮੂਲਾ ਪੁੱਟ ਕੀਤਾ ਜੀ ਆਪਾਂ ਸਭ ਤੋਂ ਪਹਿਲਾਂ ਈਜ਼ੀਲੀ 1/v ਮਾਈਨਸ 1/u ਇਜ਼ ਇਕੁਅਲ ਟੂ 1/f। ਵੈਲਿਊ ਸਬਸਟੀਟਿਊਟ ਕੀਤੀਆਂ ਆਪਾਂ, v ਨੂੰ ਇੱਕ ਪਾਸੇ ਰੱਖ ਲਿਆ ਔਰ v ਦੀ ਵੈਲਿਊ ਕੱਢ ਕੇ ਆਪਾਂ ਇਟ ਵਿਲ ਬੀ -3 ਸੈਂਟੀਮੀਟਰ। ਦੇਖੀਏ ਜ਼ਰਾ ਮਾਈਨਸ ਹੀ ਆਉਂਦਾ था ना अपना, v इज़ नेगेटिव, यस। ਇਹਦਾ ਮਤਲਬ ਆਪਣਾ ਜਿਹੜਾ ਹੈ ਉਹ ਬਿਲਕੁਲ ਇਮੇਜ ਸਹੀ ਹੈ ਔਰ ਇਮੇਜ ਵਿਲ ਬੀ ਵਰਚੁਅਲ। ਸੋ ਆਈ ਥਿੰਕ ਤੁਹਾਨੂੰ ਸਾਰਿਆਂ ਨੂੰ ਇਹ ਟੌਪਿਕ ਸਮਝ ਆ ਗਿਆ ਹੋਏਗਾ ਐਂਡ ਤੁਸੀਂ ਇਸ ਨੂੰ ਬੜੀ ਅੱਛੀ ਤਰ੍ਹਾਂ ਸਮਝ ਲਿਆ ਹੋਏਗਾ। ਹੁਣ ਤੁਸੀਂ ਨੂਮੈਰੀਕਲਸ ਟਰਾਈ ਕਰਨੇ ਨੇ ਔਰ ਤੁਸੀਂ ਰੈਫਰੈਂਸ ਵਾਸਤੇ ਮੇਰਾ ਦੂਜੀ ਵੀਡੀਓਜ਼ ਮੇਰੀ ਵੇਖ ਸਕਦੇ ਹੋ ਪਿਛਲੀ, ਔਰ ਤੁਸੀਂ ਪ੍ਰੈਕਟਿਸ ਕਰੋ, ਜਿੰਨੀ ਪ੍ਰੈਕਟਿਸ ਕਰੋਗੇ ਤੁਹਾਨੂੰ ਉਨੇ ਹੀ ਇਸ ਦੇ ਨੂਮੈਰੀਕਲ ਆਉਣਗੇ। ਸੋ ਥੈਂਕ ਯੂ ਵੈਰੀ ਮਚ। ਆਪਾਂ ਇਸ ਤੋਂ ਬਾਅਦ ਇੱਕ ਹੋਰ ਲੈਕਚਰ ਦੇ ਨਾਲ ਮਿਲਾਂਗੇ। ਤਦ ਤੱਕ ਦੇ ਲਈ ਇਜਾਜ਼ਤ ਦਿਓ। ਬਹੁਤ ਬਹੁਤ ਧੰਨਵਾਦ। ਥੈਂਕ ਯੂ।